ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆ ਜਿਨ੍ਹਾਂ ਨੇ ਹੋ ਦੂਜਾਣੇ ਲੱਗਾ ਝੂਰ ਮਰਹੋ ਸੇ ਵਾਟਿਆ ਹਉ ਨਾ ਛੋਟਾ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉਪਰ ਬਹੁ ਬਾਣੀਆਂ ਜਾ ਤੂੰ ਅੰਦਰ ਤਾ ਸੁਖੀ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਬੇਖਾਲ ਏਹਾ ਪਾਈ ਮੂਹ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ ਹਮ ਅੰਧਲੀ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੀ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜੀਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਾ ਕਰੀ ਵਖਿਆਨ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਤੀਜਾ।
ਗੁਰ ਸਬਦੀ ਹਰ ਚੇਤ ਸੁਭਾਏ, ਰਾਮ ਨਾਮ ਰਸ ਰਹਿ ਅਗਾਏ। ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰਹਿ ਹਰ ਨਾਮ ਸਮਾਹੇ। ਹਰ ਕੀ ਦਾਤ ਹਰ ਜੀਉ ਜਾਣੈ, ਗੁਰ ਕੈ ਸ਼ਬਦ ਇਹੋ ਮਨ ਮੋਲਿਆ। ਹਰ ਗੁਣ ਦਾਤਾ ਨਾਮ ਵਖਾਣੈ, ਰਹਾਉ ਭਗਵੈ ਵੇਖ ਭ੍ਰਮ ਮੁਕਤ ਨਾ ਹੋਏ। ਬਹੁ ਸੰਜਮ ਸਾਧ ਨਾ ਪਾਵੈ ਕੋਇ, ਗੁਰਮਤਿ ਨਾਮ ਪ੍ਰਾਪਤ ਹੋਏ। ਵਡ ਭਾਗੀ ਹਰ ਪਾਵੈ ਸੋਏ, ਕਲ ਮਹੇ ਰਾਮ ਨਾਮ ਵਡਿਆਈ। ਗੁਰ ਪੂਰੇ ਤੇ ਪਾਇਆ ਜਾਈ, ਨਾਮ ਰਤੇ ਸਦਾ ਸੁਖ ਪਾਈ। ਬਿਨ ਨਾਮੈ ਹਉਮੈ ਟਲ ਜਾਈ, ਵਡ ਭਾਗੀ ਹਰ ਨਾਮ ਵਿਚਾਰਾ। ਛੂਟੈ ਰਾਮ ਨਾਮ ਦੁਖ ਸਾਰਾ, ਹਿਰਦੈ ਵਸਿਆ ਸੋ ਬਾਹਰ ਪਸਾਰਾ। ਨਾਨਕ ਜਾਣੈ ਸਭ ਉਪਾਵਣ ਹਾਰਾ, ਵਡ ਭਾਗੀ ਹਰ ਨਾਮ ਵਿਚਾਰਾ। ਛੂਟੈ ਰਾਮ ਨਾਮ ਦੁਖ ਸਾਰਾ, ਹਿਰਦੈ ਵਸਿਆ ਸੋ ਬਾਹਰ ਪਸਾਰਾ। ਨਾਨਕ ਜਾਣੈ ਸਭ ਉਪਾਵਣ ਹਾਰਾ। ਬਸੰਤ ਮਹਲਾ ਤੀਜਾ। ਗੁਰ ਸਬਦੀ ਹਰ ਚੇਤ ਸੁਭਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਛਤਰ ਦੇ ਮਾਲਕ, ਜੁਗ ਜੁਗ ਅਟਲ ਪਤਿਤ ਪਾਵਨ, ਭਗਤ ਵਛਲ ਕਰਨਾ ਨਿਧਾਨ। ਅੰਤਰਜਾਮੀ ਸ਼ਬਦ ਗੁਰ ਪੀਰਾ, ਕਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਆਪਣੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਤੀਜਾ। ਗੁਰ ਸਬਦੀ ਹਰ ਚੇਤ ਸੁਭਾਏ। ਸਾਧ ਸੰਗਤ, ਬਸੰਤ ਰਾਗ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰ ਸਬਦੀ ਹਰ ਚੇਤ ਸੁਭਾਈ। ਹੇ ਭਾਈ, ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ
ਹਿਰਦੇ ਵਿੱਚ ਵਸਾ ਕਰਕੇ ਪ੍ਰੇਮ ਦੇ ਸਹਿਤ ਹਰੀ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਨਾ ਕਰ। ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ, ਉਸ ਅਨੁਸਾਰ ਹੋ ਕਰਕੇ ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਪਰਮਾਤਮਾ ਨੂੰ ਸਿਮਰੀਏ। ਜਿੱਥੇ ਸਤਿਗੁਰੂ ਮਹਾਰਾਜ ਭਜਨ ਕਰਦੇ ਨੇ, ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੋਟੇ ਘਟ ਜਿਉ ਪਾਨੀ। हे ਪ੍ਰਾਣਾ ਧਾਰੀ ਜੀ, ਜੇ ਤੂੰ ਪਰਮਾਤਮਾ ਨੂੰ ਚੇਤੇ ਕਰਨਾ ਹੈ ਤਾਂ ਭਾਈ ਚੇਤੇ ਕਰ। ਰਾਤ ਦਿਨ ਉਸ ਦੀ ਯਾਦ ਵਿੱਚ ਜੁੜਨਾ ਕਰ। ਕਿਉਂ? ਛਿਨ ਛਿਨ ਸਮਾਂ ਕਰਕੇ ਜਿਹੜੀ ਤੇਰੀ ਉਮਰ ਹੈ ਬਤੀਤ ਹੁੰਦੀ ਜਾ ਰਹੀ ਹੈ। ਜਿਵੇਂ ਟੁੱਟੇ ਘੜੇ ਦੇ ਵਿੱਚ ਪਾਣੀ ਪਿਆ ਹੋਵੇ, ਹੌਲੀ ਹੌਲੀ ਸਿਮ ਕਰਕੇ ਉਹ ਬਾਹਰ ਆ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜੇ ਸਵਾਸ ਹਨ ਇਸ ਸਰੀਰ ਵਿੱਚੋਂ ਨਿਕਲ ਰਹੇ ਨੇ। ਛਿਨ ਛਿਨ ਔਦ ਬਿਹਾਤ ਹੈ ਫੋਟੇ ਘਟ ਜਿਉ ਪਾਨੀ। ਹਰ ਗੁਣ ਕਾਹੇ ਨ ਗਾਵਈ ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ। हे ਜੀਵ, ਤੂੰ ਪਰਮਾਤਮਾ ਦੇ ਗੁਣ ਕਿਉਂ ਨਹੀਂ ਗਾਉਂਦਾ? ਦੁਨੀਆ ਦੇ ਮਾਇਆ ਦੇ ਝੂਠੇ ਲਾਲਚਾਂ ਦੇ ਵਿੱਚ ਪੈ ਕਰਕੇ ਤੂੰ ਆਪਣੇ ਮਰਨ ਨੂੰ ਪਛਾਣਿਆ ਨਹੀਂ, ਆਪਣੇ ਜੀਵਨ ਦਾ ਮਨੋਰਥ ਨਹੀਂ ਜਾਣਿਆ। ਅਜੋਹੁ ਕਛ ਬਿਗੜਿਓ ਨਹੀਂ ਜੋ ਹਰ ਗੁਣ ਗਾਵੈ, ਕਹੋ ਨਾਨਕ ਹਰ ਭਜਨ ਤੇ ਨਿਰਭੈ ਪਦ ਪਾਵੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ, ਭਾਈ ਗੁਰਮੁਖਾ, ਅਜੇ ਵੀ ਕੁਝ ਵਿਗੜਿਆ ਨਹੀਂ। ਜੇ ਕੋਈ ਸੰਭਲ ਕਰਕੇ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਵੇ ਤਾਂ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣ ਕਰਕੇ ਉਸ ਨੂੰ ਨਿਰਭੈ ਪਦਵੀ ਪ੍ਰਾਪਤ ਹੋ ਜਾਂਦੀ। ਕਹੋ ਨਾਨਕ ਹਰ ਭਜਨ ਤੇ ਨਿਰਭੈ ਪਦ ਪਾਵੈ। ਇਸ ਲਈ ਵਾਹਿਗੁਰੂ ਨੂੰ ਚੇਤੇ ਕਰਨਾ ਕਰ। ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਰਣੀ। ਸਤਿਗੁਰੂ ਮਹਾਰਾਜ ਕਹਿੰਦੇ, ਚੇਤ ਨੂੰ ਇਸ ਗੱਲ ਦਾ ਚੇਤਾ ਹੈ ਨਾ ਕਿ ਮਾਂ ਦੇ ਗਰਭ ਵਿੱਚ ਮੈਂ ਪਰਮੇਸ਼ਰ ਦੇ ਨਾਲ ਇੱਕ ਵਾਅਦਾ ਕੀਤਾ ਸੀ। हे ਪ੍ਰਭੂ, ਮੈਨੂੰ ਇਸ ਭਿਆਨਕ ਨਰਕ ਵਿੱਚੋਂ ਕੱਢ ਲੈਣਾ ਕਰ। ਮੈਂ ਸੰਸਾਰ ਵਿੱਚ ਤੇਰਾ ਨਾਮ ਜਪਾਂਗਾ, ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਾਂਗਾ। ਉਸ ਵਾਅਦੇ ਨੂੰ ਚੇਤੇ ਕਰਨਾ ਕਰ। ਜੇ ਤੈਨੂੰ ਚੇਤੇ ਹੈ ਕਿ ਪਿਛਲੇ ਜਨਮਾਂ ਵਿੱਚ ਪਰਮਾਤਮਾ ਤੋਂ ਭੁੱਲ ਕਰਕੇ ਭਟਕਣਾ ਕੀਤਾ ਹੈ, ਹੁਣ ਉਸ ਦੀ ਯਾਦ ਵਿੱਚ ਜੁੜਿਆਂ ਸੁਖੀ ਹੋ ਜਾਵਾਂਗਾ, ਤਾਂ ਭਾਈ ਪਰਮਾਤਮਾ ਨੂੰ ਚੇਤੇ ਕਰਨਾ ਕਰ। ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਨੀ। ਚੇਤੇ ਕਿਸ ਨੂੰ ਕਰਨਾ? ਜੋ ਸਾਹਿਬ ਮਾਲਕ ਹੈ, ਸੱਚਾ ਵਾਹਿਗੁਰੂ, ਉਸ ਨੂੰ ਆਪਣਾ ਮਾਲਕ ਜਾਣ ਲੈ। ਨਾਨਕ ਸਤਿਗੁਰ ਸੇਵ ਚੜ ਬੋਹਿਤ ਭੌਜਲ ਪਾਰ ਪਾਓ। ਸਤਿਗੁਰੂ ਕਹਿੰਦੇ,
ਜੇ ਤੂੰ ਆਪਣੇ ਜੀਵਨ ਅੰਦਰ ਗੁਰੂ ਦੀ ਸੇਵਾ ਕਰੇ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਤੈਨੂੰ ਜਹਾਜ਼ ਪ੍ਰਾਪਤ ਹੋ ਜਾਵੇਗਾ। ਵਾਹਿਗੁਰੂ ਦੇ ਨਾਮ ਰੂਪ ਜਹਾਜ਼ ਤੇ ਚੜ੍ਹ ਕੇ ਇਸ ਜਗਤ ਜਲੰਦੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਾ ਕਰ ਪਾਏ। ਉਸ ਵਾਹਿਗੁਰੂ ਨੂੰ ਚੇਤੇ ਕਰ, ਸੁਭਾਏ ਸ੍ਰੇਸ਼ਟ ਪ੍ਰੇਮ ਦੇ ਨਾਲ ਸੁਤੇ ਸਹਿਤ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਵਿੱਚ ਆਪਣਾ ਹਿਰਦਾ, ਆਪਣਾ ਮਨ ਜੋੜ ਕਰਕੇ ਰਾਮ ਨਾਮ ਰਸ ਰਹਿ ਅਗਾਏ। ਫਿਰ ਇਸ ਦਾ ਫਲ ਕੀ ਪ੍ਰਾਪਤ ਹੋਵੇਗਾ? ਜੋ ਰਾਮ ਪਰਮਾਤਮਾ ਹੈ, ਸਭ ਥਾਵਾਂ ਤੇ ਰਮਿਆ ਹੋਇਆ, ਉਸ ਦੇ ਨਾਮ ਕਰਕੇ ਤੈਨੂੰ ਆਤਮਿਕ ਰਸ ਦੀ ਪ੍ਰਾਪਤੀ ਹੋਵੇਗੀ। ਉਹ ਰਸ ਮਿਲ ਜਾਵੇਗਾ ਜਿਹੜਾ ਕਦੇ ਖਤਮ ਨਹੀਂ ਹੁੰਦਾ, ਕਦੇ ਬੇਰਸੀ ਨਹੀਂ ਹੁੰਦੀ। ਰਹਿ ਅਗਾਏ, ਔਰ ਭਾਈ ਤੂੰ ਤ੍ਰਿਪਤ ਹੋ ਰਹੇਗਾ। ਅੰਦਰ ਕਰਕੇ, ਮਨ ਕਰਕੇ ਰਜ ਜਾਵੇਂਗਾ। ਰਾਮ ਨਾਮ ਰਸ ਰਹਿ ਅਗਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਲੈਣਾ ਕੀਤਾ ਹੈ ਜੀਵਨ ਅੰਦਰ, ਉਹ ਤ੍ਰਿਪਤ ਹੋ ਰਹੇ ਨੇ। ਸੰਸਾਰ ਵੱਲੋਂ ਉਹ ਰੱਜ ਗਏ ਨੇ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਰਾਰਾ ਰਸ ਨਿਰਸ ਕਰ ਜਾਣਿਆ। ਅਸੀਂ ਦੁਨੀਆ ਦੇ ਜਿੰਨੇ ਵੀ ਰਸ ਹਨ, ਇਹਨਾਂ ਨੂੰ ਫੋਕੇ ਜਾਣ ਲਿਆ ਹੈ। ਇਹਨਾਂ ਨੂੰ ਤੁੱਛ ਜਾਣ ਲੈਣਾ ਕੀਤਾ ਹੈ ਕਿ ਇਹ ਫੋਕੇ ਹਨ। ਹੋਏ ਰਸ ਮਗਨ ਸੋ ਰਸ ਪਹਿਚਾਨੇ। ਜਦੋਂ ਅਸੀਂ ਪਰਮਾਤਮਾ ਦੇ ਨਾਮ ਰੂਪ ਰਸ ਵਿੱਚ ਆਪਣੇ ਮਨ ਕਰਕੇ ਜੁੜ ਜਾਣਾ ਕੀਤਾ, ਫਿਰ ਉਹ ਆਤਮਿਕ ਰਸ ਨੂੰ ਪਛਾਣ ਲਿਆ। ਦੇਖੋ, ਮਨ ਪਦਾਰਥਾਂ ਦੀ ਸੰਗਤ ਕਰਦਾ ਹੈ, ਪਦਾਰਥਾਂ 'ਚੋਂ ਰਸ ਲੈਂਦਾ ਹੈ ਤੇ ਇਹਨਾਂ ਰਸਾਂ ਦੇ ਪਿੱਛੇ ਦੌੜਦਾ ਰਹਿੰਦਾ ਹੈ। ਪਰ ਜੇ ਇਸ ਮਨ ਦੇ ਤਾਈਂ ਨਾਮ ਦਾ ਰਸ ਪ੍ਰਾਪਤ ਹੋ ਜਾਵੇ ਤਾਂ ਇਸ ਦੀ ਇਹ ਦੌੜ ਵੀ ਖਤਮ ਹੋ ਜਾਂਦੀ ਹੈ। ਉਹ ਰਸ ਇਸ ਨੂੰ ਮਿਲ ਜਾਂਦਾ ਹੈ, ਜਿਸ ਕਰਕੇ ਦੂਜੇ ਰਸ ਸਾਰੇ ਹੀ ਛੁੱਟ ਜਾਂਦੇ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ, ਅਸੀਂ ਨਾਮ ਦਾ ਰਸ ਪ੍ਰਾਪਤ ਕੀਤਾ ਤੇ ਸਤਿਗੁਰੂ ਸਾਨੂੰ ਦੱਸਦੇ ਨੇ, ਭਾਈ ਜੋ ਨਾਮ ਦਾ ਰਸ ਪ੍ਰਾਪਤ ਕਰ ਲੈਂਦੇ ਨੇ, ਉਹ ਵਾਹਿਗੁਰੂ ਦੇ ਨਾਮ ਕਰਕੇ ਤ੍ਰਿਪਤ ਹੋ ਰਹੇ ਹਨ। ਪਾਪ ਜਲ ਜਾਹੇ। ਤੇ ਜਿਹੜਾ ਨਾਮ ਨੂੰ ਜਪਦਾ ਹੈ, ਉਹਦੇ ਜੀਵਨ ਦੇ ਵਿੱਚ ਕੋਟਾਂਤਰ ਕਰੋੜਾਂ ਹੀ ਜਿਹੜੇ ਪਾਪ ਹਨ, ਕੋਟ ਕਿਲਿਆਂ ਦੀ ਤਰ੍ਹਾਂ ਉਸਰੇ ਹੋਏ। ਜਿਵੇਂ ਕਿਲੇ ਹੁੰਦੇ ਨੇ ਨਾ ਸਾਧ ਸੰਗਤ, ਜਿਹਨਾਂ ਨੂੰ ਢਾਉਣਾ ਔਖਾ ਹੁੰਦਾ ਹੈ, ਇਸ ਤਰ੍ਹਾਂ ਹੀ ਜਿਹੜੇ ਇਹ ਜਨਮਾਂ ਜਨਮਾਂ ਦੇ ਪਾਪ ਨੇ ਜੀਵ ਦੇ, ਕਿਲਿਆਂ ਦੀ ਤਰ੍ਹਾਂ ਉਸਰੇ ਪਏ ਨੇ। ਇਹ ਨਾਮ ਅਭਿਆਸ ਰੂਪ ਅਗਨ ਦੇ ਵਿੱਚ, ਬ੍ਰਹਮ ਅਗਨ ਦੇ ਵਿੱਚ ਜਲ ਜਾਂਦੇ ਨੇ। ਜਦੋਂ ਗੁਰਮੁਖਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਨਾ, ਤੇ ਮਨ ਸ਼ਾਂਤ ਹੋ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ। ਉਸ ਰਸ ਦੇ ਵਿੱਚ ਜਿਹੜੀ ਇੱਕ ਤੜਫ ਪੈਦਾ ਹੁੰਦੀ ਹੈ ਪ੍ਰਭੂ ਨੂੰ ਮਿਲਣ ਦੀ,
ਸਾਧ ਸੰਗਤ ਉਹ ਬ੍ਰਹਮ ਅਭਿਆਸ ਅਗਨੀ ਹੈ। ਬ੍ਰਹਮ ਦੇ ਵਿੱਚ ਹਰ ਸਮੇਂ ਜਿਹੜੀ ਗੁਰਮੁਖਾਂ ਦੀ ਬਿਰਤੀ ਲੱਗੀ ਰਹਿੰਦੀ ਹੈ, ਔਰ ਉਸ ਕਰਕੇ ਸਾਰੇ ਜਿੰਨੇ ਪਾਪ ਹੁੰਦੇ ਨੇ ਸਾਰੇ ਮਿਟ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ, ਸਤਿਗੁਰੂ ਕਹਿੰਦੇ ਤੇਰੇ ਕਰੋੜਾਂ ਜਨਮਾਂ ਦੇ ਕਰੋੜਾਂ ਹੀ ਭਾਵੇਂ ਪਾਪ ਹੋਣ ਭਾਈ, ਨਾਮ ਕਰਕੇ ਸਾਰੇ ਜਲ ਜਾਣਗੇ, ਨਾਸ ਹੋ ਜਾਣਗੇ। ਇਸ ਤਰ੍ਹਾਂ ਸਤਿਗੁਰਾਂ ਨੇ ਸਹਿਸਕ੍ਰਿਤੀ ਬਾਣੀ ਅੰਦਰ ਸਾਨੂੰ ਇਹ ਸਿੱਖਿਆ ਦਿੱਤੀ, ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਤੰ। ਭਾਵੇਂ ਕਿਸੇ ਦੇ ਜੀਵਨ ਅੰਦਰ ਘੋਰ ਭਿਆਨਕ ਦੁੱਖ ਹੋਣ, ਅਨਕ ਹੱਤਿਅੰ ਉਹਨੇ ਅਨੇਕਾਂ ਹੀ ਹੱਤਿਆਵਾਂ ਕੀਤੀਆਂ ਹੋਣ, ਜਨਮ ਦਾਰਿਦ੍ਰੰ ਜਨਮ ਤੋਂ ਹੀ ਗਰੀਬੀ ਦੇਖੀ ਹੋਵੇ, ਮਹਾ ਵਿਖਿਆਤੰ ਬਹੁਤਾ ਵਿਸ਼ਈ ਹੋਵੇ, ਮਨ ਹਰ ਸਮੇਂ ਵਿਸ਼ਿਆਂ ਵਿੱਚ ਹੀ ਲੱਗਿਆ ਰਹਿੰਦਾ ਹੋਵੇ, ਮਿਟੰਤ ਸਗਲ ਸਿਮਰੰਤ ਹਰ ਨਾਮ। ਭਾਈ ਇਹ ਉਹਦੇ ਜੀਵਨ 'ਚੋਂ ਸਾਰੇ ਹੀ ਮਿਟ ਜਾਂਦੇ ਨੇ। ਕਿਹਦੇ? ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਮਿਟੰਤ ਸਗਲ ਸਿਮਰੰਤ ਹਰ ਨਾਮ। ਤੇ ਨਾਲ ਸਤਿਗੁਰਾਂ ਨੇ ਉਦਾਹਰਨ ਵੀ ਦੇ ਦਿੱਤੀ, ਜੈਸੇ ਪਾਵਕ ਕਾਸਟ ਭਸਮੰ ਕਰੋਤ। हे ਮਹਾਰਾਜ, ਅਸੀਂ ਕਿਵੇਂ ਮੰਨੀਏ ਵੀ ਕਰੋੜਾਂ ਜਨਮਾਂ ਦੇ ਪਾਪ ਹੋਣ ਤੇ ਇੱਕ ਜਨਮ ਵਿੱਚ ਨਾਮ ਜਪ ਕੇ ਨਾਸ ਹੋ ਜਾਣ। ਗੁਰੂ ਪਾਤਸ਼ਾਹ ਕਹਿੰਦੇ ਭਾਈ ਲੱਕੜਾਂ ਦੇ ਢੇਰ ਲੱਗੇ ਪਏ ਹੋਣ, ਪੁਰਾਣੀਆਂ ਤੋਂ ਪੁਰਾਣੀਆਂ ਲੱਕੜਾਂ ਹੋਣ, ਜਿਵੇਂ ਅਸੀਂ ਕਹਿੰਦੇ ਹਾਂ ਨੇ ਵੀ ਇਹ 100 ਸਾਲ ਪੁਰਾਣੀ ਲੱਕੜ ਹੈ, ਇਹ ਭਾਈ 500 ਸਾਲ ਪੁਰਾਣੀ ਲੱਕੜ ਹੈ, ਐਸੀਆਂ ਲੱਕੜਾਂ ਵੀ ਹੁੰਦੀਆਂ ਨੇ। ਪਰ ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੇ ਪਿਛਲੇ ਜਨਮਾਂ ਦੇ ਪਾਪ ਹੋਣ, ਉਹ ਇਸ ਤਰ੍ਹਾਂ ਨਾਸ ਹੋ ਜਾਂਦੇ ਨੇ ਜਿਵੇਂ ਪੁਰਾਣੀ ਤੋਂ ਪੁਰਾਣੀ ਲੱਕੜ ਨੂੰ ਇੱਕ ਅੱਗ ਦੀ ਤੀਲੀ ਨਾਸ ਕਰ ਦਿੰਦੀ। ਕਿੰਨੇ ਮਣ ਵੀ ਲੱਕੜ ਹੋਵੇ, ਇੱਕ ਵਾਰ ਅੱਗ ਜਲ ਪਈ ਤਾਂ ਢੇਰਾਂ ਦੇ ਢੇਰ ਸਵਾਹ ਹੋ ਜਾਂਦੇ ਨੇ। ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸਟ ਭਸਮ ਕਰੋ। ਇਸ ਤਰ੍ਹਾਂ ਨਾਮ ਜਪਣ ਕਰਕੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਹੁੰਦੇ ਨੇ ਸਾਰੇ ਜਲ ਜਾਂਦੇ ਹਨ। ਜੀਵਤ ਮਰਹਿ ਹਰ ਨਾਮ ਸਮਾਹਿ। ਜਿਹੜੇ ਆਪਣੇ ਜੀਵਨ ਅੰਦਰ ਜੀਵਤ ਭਾਵ ਤੋਂ ਮਰ ਜਾਂਦੇ ਨੇ, ਆਪਣੀਆਂ ਬੁਰਾਈਆਂ ਨੂੰ, ਆਪਣੇ ਔਗਣਾਂ ਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੰਦੇ ਨੇ, ਜਿਨ੍ਹਾਂ ਨੇ ਨਵਾਂ ਜੀਵਨ ਪ੍ਰਾਪਤ ਕੀਤਾ ਹੈ, ਸਤਿਗੁਰਾਂ ਤੋਂ ਜੀਵਨ ਜਿਉਣ ਦੀ ਜਾਂਚ ਸਿੱਖੀ ਹੈ, ਉਹ ਜੀਵਤ ਭਾਵ ਤੋਂ ਮਰੇ ਹੋਏ ਸਾਧ ਸੰਗਤ ਹਰ ਨਾਮ ਸਮਾਹੇ, ਉਹ ਪ੍ਰਭੂ ਦੇ ਨਾਮ ਵਿੱਚ ਸਮਾ ਜਾਂਦੇ ਨੇ। ਦੇਖੋ, ਹਰ ਜੀਵ ਦਾ ਮਨ ਚਾਹੁੰਦਾ ਹੈ ਕਿ ਮੈਨੂੰ ਦੁਨੀਆ ਵਿੱਚੋਂ ਸੁੱਖ ਮਿਲੇ, ਮੈਂ ਸਦਾ ਦੁਨੀਆ 'ਚ ਰਹਾਂ, ਮੇਰਾ ਨਾਮ ਵੱਡਾ ਹੋਣਾ ਚਾਹੀਦਾ। ਜਿਹੜੇ ਗੁਰਮੁਖ ਨੇ ਉਹ ਸਾਧ ਸੰਗਤ ਆਪਣੇ ਮਨ ਨੂੰ ਹੁਕਮ ਵਿੱਚ ਟਿਕਾ ਲੈਂਦੇ ਨੇ। ਹੁਕਮ ਹੈ ਪ੍ਰਭੂ ਦਾ, ਜਿੰਨਾ ਉਸਨੇ ਜੀਵਨ ਦਿੱਤਾ ਹੈ ਓਨਾ ਹੀ ਰਹਿਣਾ ਹੈ। ਜਿੰਨਾ ਉਸਨੇ ਸਾਨੂੰ ਪਦਾਰਥ ਬਖਸ਼ੇ ਨੇ, ਦਾਤਾਂ ਬਖਸ਼ੀਆਂ ਨੇ, ਓਨੀਆਂ ਹੀ ਰਹਿਣੀਆਂ ਨੇ। ਜੀਵਨ ਅੰਦਰ ਦੁੱਖ ਸੁੱਖ ਹੈ, ਦੁੱਖ ਆਏ ਤੋਂ ਦੁਖੀ ਨਹੀਂ ਹੋਣਾ। ਹੁਕਮ ਨੂੰ ਮੰਨਣਾ ਹੈ ਔਰ ਇਹ ਜਾਣਨਾ ਕਿ ਇਹ ਮੇਰੇ ਕਰਮਾਂ ਦਾ ਹੀ ਦੁੱਖ ਹੈ, ਮੇਰਾ ਹੀ ਬੀਜਿਆ ਹੋਇਆ ਹੈ। ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਦੇਖੋ,
ਸੰਸਾਰ ਦੇ ਵਿੱਚ ਮਨੁੱਖ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ। ਉਹ ਦੋਸ਼ ਲਾਉਣ ਕਰਕੇ ਦੁੱਖ ਦੀ ਪੀੜ ਵੱਧ ਜਾਂਦੀ ਹੈ। ਉਹ ਦੁੱਖ ਕਈ ਗੁਣਾ ਵੱਧ ਜਾਂਦਾ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਫਰਕ ਇੰਨਾ ਹੀ ਹੈ ਕਿ ਸੰਸਾਰੀ ਜੀਵ ਦੂਜੇ ਤੇ ਦੋਸ਼ ਲਾ ਕੇ ਕਹਿ ਦਿੰਦੇ ਇਸ ਨੇ ਮੈਨੂੰ ਦੁੱਖ ਦਿੱਤਾ ਹੈ। ਜਿਹੜੇ ਗੁਰਮੁਖ ਹਨ ਉਹਨਾਂ ਨੇ ਇਹ ਜਾਣਿਆ ਕਿ ਦੁੱਖ ਮੇਰੇ ਕਰਮਾਂ ਕਰਕੇ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿਸੇ ਮਨੁੱਖ ਤੋਂ ਕੋਈ ਕੰਮ ਕਰਦਿਆਂ ਆਪਣੇ ਸਰੀਰ ਤੇ ਸੱਟ ਵੱਜ ਜੇ। ਜਿਵੇਂ ਅਸੀਂ ਦੇਖਦੇ ਹਾਂ ਖੇਤ ਕਈ ਚਲਾਉਂਦੇ ਹੋਈਏ, ਕੰਮ ਕਰਦੇ ਕਈ ਵਾਰ ਦਾਤੀ ਹੱਥ ਤੇ ਵੱਜ ਗਈ, ਕਦੇ ਕਈ ਵੱਜ ਗਈ, ਜਾਂ ਹੋਰ ਕੰਮ ਕਰਦਿਆਂ ਆਪਣੇ ਸਰੀਰ ਤੇ ਆਪ ਹੀ ਸੱਟ ਵੱਜੇ ਤੇ ਉਹ ਸਾਨੂੰ ਪਤਾ ਹੁੰਦਾ ਵੀ ਮੇਰੀ ਆਪਣੀ ਗਲਤੀ ਹੈ, ਮੇਰੇ ਕਰਕੇ ਸੱਟ ਵੱਜੀ ਹੈ, ਤੇ ਮਨੁੱਖ ਉਸ ਦਾ ਇਲਾਜ ਕਰਦਾ। ਦੂਜੇ ਨੂੰ ਦੋਸ਼ ਨਹੀਂ ਦਿੰਦਾ ਔਰ ਨਾ ਹੀ ਉਹਨੂੰ ਬਾਹਲੀ ਪੀੜ ਮਹਿਸੂਸ ਹੁੰਦੀ ਹੈ। ਬਸ ਉਹਨੂੰ ਇੰਨਾ ਪਤਾ ਹੈ ਕਿ ਇਹ ਮੇਰੇ ਕਰਕੇ ਵੱਜੀ ਹੈ। ਗੁਰਮੁਖਾਂ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਵੀ ਉਹ ਜਾਣ ਲੈਂਦੇ ਨੇ ਵੀ ਸਾਡੇ ਕਰਮਾਂ ਕਰਕੇ ਦੁੱਖ ਹੈ ਜੀਵਨ ਅੰਦਰ। ਇਹ ਪ੍ਰਭੂ ਪਰਮਾਤਮਾ ਨੇ ਸਾਨੂੰ ਇਸ ਜਨਮ ਵਿੱਚ ਇਸ ਲਈ ਦੁੱਖ ਦਿੱਤਾ ਹੈ, ਕਰਮਾਂ ਦਾ ਫਲ ਭੁਗਤਾਇਆ ਹੈ, ਕਿਉਂਕਿ ਇਸ ਜਨਮ ਵਿੱਚ ਸਾਡੇ ਦੁੱਖ ਵੰਡਾਉਣ ਵਾਲੇ ਬਹੁਤੇ ਨੇ। ਹੋਰ ਜੂਨਾਂ ਵਿੱਚ ਵੀ ਜੀਵ ਦੁਖੀ ਹਨ, ਪਰ ਉਹਨਾਂ ਦਾ ਕੋਈ ਦੁੱਖ ਨਹੀਂ ਵੰਡਾਉਂਦਾ। ਹੁਣ ਸਾਡੇ ਸਰੀਰ ਤੇ ਸਾਡੇ ਘਰ 'ਚ ਕੋਈ ਦੁੱਖ ਆ ਜੇ, ਸਾਡੇ ਰਿਸ਼ਤੇਦਾਰ ਪਰਿਵਾਰ ਵਾਲੇ ਕਿੰਨੇ ਦੁੱਖ ਵੰਡਾਉਂਦੇ ਨੇ ਭਾਈ। ਤਾਂ ਉਹ ਗੁਰਮੁਖ ਜਾਣ ਲੈਂਦੇ ਨੇ ਕਿ ਪਰਮੇਸ਼ਰ ਨੇ ਸਾਨੂੰ ਇਸ ਜਨਮ ਵਿੱਚ ਸਾਡੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਇਹ ਸਾਡੇ ਕਰਮਾਂ ਦਾ ਹੀ ਫਲ ਦਿੱਤਾ ਹੋਇਆ, ਤੇ ਉਹ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਵਾਹਿਗੁਰੂ ਨੂੰ ਚੇਤੇ ਕਰਦਿਆਂ, ਨਾਮ ਜਪਦਿਆਂ ਉਹਨਾਂ ਦਾ ਦੁੱਖ ਹੋਰ ਘਟ ਜਾਂਦਾ। ਦੂਜੇ ਪਾਸੇ ਮਨਮੁਖ ਜੀਵ ਜਿਹੜਾ ਹੈ ਉਹ ਸਾਧ ਸੰਗਤ ਦੂਜੇ ਨੂੰ ਦੋਸ਼ ਲਾਉਂਦਾ, ਨਿੱਕੇ ਨਿੱਕੇ ਦੁੱਖ ਤੇ ਦੋਸ਼ ਲਾ ਦਿੰਦੇ ਨੇ, ਇਸ ਨੇ ਐ ਕੀਤਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਦੁਖੀ ਹੁੰਦੇ ਨੇ, ਉਹਨਾਂ ਦਾ ਮਨ ਹਰ ਸਮੇਂ ਘਬਰਾਇਆ ਰਹਿੰਦਾ ਹੈ, ਚਿੰਤਾ ਦੇ ਵਿੱਚ ਰਹਿੰਦਾ ਹੈ। ਜਿਹੜੇ ਗੁਰਮੁਖਾਂ ਦਾ ਇਹ ਜੀਵਤ ਭਾਵ ਤੋਂ ਮਰਨਾ ਹੈ, ਆਪਣੇ ਜੀਵਨ ਅੰਦਰ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਣਾ। ਜਿੱਥੇ ਮਹਾਰਾਜ ਕਹਿੰਦੇ ਕਿ ਭਾਈ ਗੁਰਮੁਖਾਂ ਦਾ ਐਸਾ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਦੇ ਉੱਤੇ, ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲਾ। ਜੋ ਸਤਿਗੁਰਾਂ ਨੇ ਆਖਿਆ ਉਸ ਨੂੰ ਭਲਾ ਜਾਣ ਕੇ ਮੰਨਣਾ, ਹੋਰ ਬਾਕੀ ਸਾਰੇ ਖਿਆਲ ਤਿਆਗ ਦੇਣੇ। ਜਿਵੇਂ ਸਾਧ ਸੰਗਤ ਮੁਹੰਮਦ ਸਾਹਿਬ ਨੇ ਆਪਣੀ ਬੇਗਮ ਨੂੰ ਆਖਿਆ ਸੀ ਕਿ ਬੇਗਮ, ਜੇ ਗੁਰੂ ਆਖੇ, ਗੁਰੂ ਦਾ ਇਹ ਬਚਨ ਹੋਵੇ, ਮੁਰਸ਼ਿਦ ਦਾ ਇਹ ਬਚਨ ਹੋਵੇ, ਇੱਕ ਮੱਛਰ ਨੇ ਫੂਕ ਮਾਰੀ, ਗੁਰੂ ਕਹਿੰਦਾ ਇੱਕ ਮੱਛਰ ਨੇ ਫੂਕ ਮਾਰੀ ਤੇ ਪਹਾੜ ਉੱਡ ਗਿਆ। ਹੁਣ ਇਹ ਗੱਲ ਨੂੰ ਅਸੀਂ ਆਪਣੇ ਚਤੁਰਾਈ ਦੇ ਨਾਲ, ਸਿਆਣਪ ਦੇ ਨਾਲ ਨਹੀਂ ਸਮਝ ਸਕਦੇ ਵੀ ਮੱਛਰ ਨਿੱਕਾ ਜਿਹਾ ਤੇ ਪਹਾੜ ਏਡਾ ਵੱਡਾ, ਮੱਛਰ ਨੇ ਫੂਕ ਮਾਰੀ ਤੇ ਪਹਾੜ ਉੱਡ ਗਿਆ। ਪਰ ਉਹ ਕਹਿੰਦੇ ਵੀ ਆਪਣੇ ਮੁਰਸ਼ਿਦ ਤੇ ਸਿੱਖ ਨੂੰ ਇੰਨਾ ਯਕੀਨ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ, ਭਾਵੇਂ ਮੇਰੀ ਸਮਝ 'ਚ ਇਹ ਨਹੀਂ ਆਉਂਦਾ, ਪਰ ਜੋ ਮੇਰੇ ਗੁਰੂ ਨੇ, ਮੇਰੇ ਮੁਰਸ਼ਿਦ ਨੇ ਮੈਨੂੰ ਆਖਿਆ ਉਹ ਸਹੀ ਹੈ।
ਹੁਣ ਸਾਡੇ ਸਿੱਖਾਂ 'ਚ ਦੇਖੋ, ਸਾਧ ਸੰਗਤ ਨਿੱਕੀ ਨਿੱਕੀ ਗੱਲ 'ਤੇ ਤਰਕ ਕਰਦੇ ਨੇ, ਇਤਿਹਾਸ 'ਤੇ ਤਰਕ ਕਰਦੇ ਨੇ, ਗੁਰਬਾਣੀ ਦੇ ਅਰਥਾਂ ਉਹਨਾਂ ਨੂੰ ਖਿੱਚ ਕਰਕੇ ਲਾਉਂਦੇ ਨੇ ਇਸ ਤਰ੍ਹਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਗੁਰਸਿੱਖ ਦੇ ਹਿਰਦੇ 'ਚ ਵਿਸ਼ਵਾਸ ਹੋਣਾ ਚਾਹੀਦਾ। ਆਪਣੇ ਜੀਵਨ ਨੂੰ ਬਦਲਣ ਵਾਸਤੇ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਹਨਾਂ ਕੁਰੀਤੀਆਂ ਨੂੰ ਛੱਡਣਾ ਚਾਹੀਦਾ ਹੈ, ਵਹਿਮ ਭਰਮਾਂ ਨੂੰ ਤਿਆਗਣਾ ਚਾਹੀਦਾ ਹੈ। ਅਤੇ ਜੋ ਸਤਿਗੁਰੂ ਸਾਨੂੰ ਜੀਵਨ ਦਿੰਦੇ ਨੇ ਗੁਰਮਤਿ ਅੰਦਰ, ਅਨ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ 4 6 ਛਾੜ ਚੱਲਿਓ ਸਭ ਕੋਏ, ਇਹ ਜੀਵਨ ਬਣਾਉਣਾ ਚਾਹੀਦਾ। ਸੰਸਾਰ ਵਿੱਚ ਰਹਿੰਦਿਆਂ ਹੀ ਪ੍ਰਭੂ ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਰੱਖੀਏ। ਜੀਵਤ ਮਰਹਿ, ਉਹ ਗੁਰਮੁਖ ਜੀਵਤ ਭਾਵ ਤੋਂ ਮਰ ਜਾਂਦੇ। ਜੀਵਤ ਮਰਨਾ ਸਭ ਕੋ ਕਹਿ, ਜੀਵਨ ਮੁਕਤ ਕਿਉ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ। ਜੀਵਤ ਭਾਵ ਤੋਂ ਮਰਨਾ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ, ਹਰ ਕੋਈ ਕਹਿੰਦਾ ਕਿ ਜੀਵਤ ਭਾਵ ਤੋਂ ਮਰ ਜਾਈਏ, ਪਰ ਇਹ ਹੈ ਕਿ ਭੈ ਕਾ ਸੰਜਮ ਜੇ ਕਰੇ। ਵਾਹਿਗੁਰੂ ਦੇ ਭੈ ਦਾ ਸੰਜਮ ਰੱਖ ਲਵੇ। ਵਾਹਿਗੁਰੂ ਮੈਨੂੰ ਦੇਖ ਰਿਹਾ ਹੈ, ਵਾਹਿਗੁਰੂ ਮੈਨੂੰ ਸੁਣ ਰਿਹਾ ਹੈ। ਹੁਣ ਜੇ ਅਸੀਂ ਵਾਹਿਗੁਰੂ ਦਾ ਭੈ ਕਰਾਂਗੇ, ਆਪਣੇ ਨੇੜੇ ਸਮਝਾਂਗੇ, ਤਾਂ ਬੁਰਾਈਆਂ ਤੋਂ ਰੁਕ ਜਾਵਾਂਗੇ। ਇੱਕ ਚੋਰ ਚੋਰੀ ਕਰਨ ਜਾਂਦਾ ਹੈ, ਪਰ ਜਿਸ ਘਰ ਵਿੱਚ ਚੋਰੀ ਕਰਨ ਵੜੇ, ਉੱਥੇ ਕੋਈ ਚੌਕੀਦਾਰ ਪਹਿਰਾ ਦੇ ਰਿਹਾ ਹੋਵੇ, ਤਾਂ ਉਹ ਚੋਰ ਉੱਥੇ ਚੋਰੀ ਨਹੀਂ ਕਰਦਾ ਵੀ ਇਹ ਰੌਲਾ ਪਾ ਦੇਵੇਗਾ, ਮੈਂ ਫੜਿਆ ਜਾਵਾਂਗਾ। ਸਾਧ ਸੰਗਤ, ਉਹ 200-400 ਦੀ ਦਿਹਾੜੀ 'ਤੇ ਚੌਕੀਦਾਰ ਖੜ੍ਹਾ ਹੈ, ਚੋਰ ਉਸ ਨੂੰ ਦੇਖ ਕੇ ਚੋਰੀ ਨਹੀਂ ਕਰਦਾ। ਪਰ ਉਹ ਪਰਮਾਤਮਾ ਸਮਰੱਥ ਜੋ ਸਦਾ ਹੀ ਸਾਡੇ ਨਾਲ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਨੂੰ ਅਸੀਂ ਭੁਲਾਈ ਫਿਰਦੇ ਹਾਂ। ਉਹਨੂੰ ਅਸੀਂ ਭੁਲਾ ਕਰਕੇ ਬੇਈਮਾਨੀ ਵੀ, ਕਪਟ ਵੀ, ਝੂਠ ਵੀ ਮਨੁੱਖ ਬੋਲਦਾ ਰਹਿੰਦਾ ਹੈ, ਵਿਕਾਰਾਂ ਨੂੰ ਭੋਗਦਾ ਹੈ। ਪਰ ਸਤਿਗੁਰੂ ਕਹਿੰਦੇ, ਬੰਦਿਆ ਤੂੰ ਉਹਦਾ ਭੈ ਹਿਰਦੇ ਵਿੱਚ ਰੱਖ, ਉਹ ਵਾਹਿਗੁਰੂ ਤੈਨੂੰ ਦੇਖ ਰਿਹਾ ਹੈ। ਇਹ ਸੰਜਮ ਰੱਖ ਲੈ ਜੀਵਨ ਅੰਦਰ। ਦਾਰੂ ਭਾਉ ਲਾਏ, ਤੇ ਉਸ ਦੇ ਭਾਉ ਪ੍ਰੇਮ ਦਾ ਆਪਣੇ ਜੀਵਨ ਅੰਦਰ ਦਾਰੂ ਲਾ। ਵਾਹਿਗੁਰੂ ਦੇ ਗੁਣ ਗਾਇਆ ਕਰ, ਉਹਦੇ ਅੱਗੇ ਬੇਨਤੀਆਂ ਕਰਿਆ ਕਰ, ਹੇ ਪ੍ਰਭੂ ਤੂੰ ਮੈਨੂੰ ਦੇਖਦਾ ਹੈ, ਪਰ ਮੈਂ ਤੈਨੂੰ ਦੇਖ ਨਹੀਂ ਸਕਿਆ, ਮੇਰੇ 'ਚ ਇਹ ਕਮੀ ਹੈ, ਮੈਂ ਤੈਨੂੰ ਪ੍ਰਾਪਤ ਨਹੀਂ ਕਰ ਸਕਿਆ, ਮੇਰੇ 'ਤੇ ਮਿਹਰ ਕਰ, ਮੈਨੂੰ ਤੇਰੇ ਦਰਸ਼ਨ ਹੋਣ, ਤੇਰੀ ਪ੍ਰਾਪਤੀ ਹੋ ਜਾਵੇ। ਇਸ ਤਰ੍ਹਾਂ ਵਾਹਿਗੁਰੂ ਦੇ ਗੁਣ ਗਾਵੇ, ਆਪਣੇ ਹਿਰਦੇ 'ਚ ਪ੍ਰੇਮ ਪੈਦਾ ਕਰੇ। ਜਿਵੇਂ ਇੱਕ ਪਤੀਵ੍ਰਤ ਇਸਤਰੀ ਹੁੰਦੀ ਹੈ, ਆਪਣੇ ਪਤੀ ਦੇ ਭੈ ਵਿੱਚ ਜੀਵਨ ਬਤੀਤ ਕਰਦੀ ਹੈ, ਅਤੇ ਪ੍ਰੇਮ ਵਿੱਚ ਉਹਦੀ ਸੇਵਾ ਕਰਦੀ ਹੈ, ਉਹਦੀ ਖੁਸ਼ੀ ਪ੍ਰਾਪਤ ਕਰਦੀ ਹੈ, ਤਾਂ ਹੀ ਪਤੀਵ੍ਰਤ ਇਸਤਰੀ ਬਣੀ। ਜਿਵੇਂ ਬੀਬੀ ਰਜਨੀ ਸੀ ਨਾ, ਦੇਖੋ ਜਦੋਂ ਰਾਜੇ ਨੇ ਉਸ ਦਾ ਵਿਆਹ ਕਰ ਦਿੱਤਾ, ਅਤੇ ਆਪਣੇ ਪਤੀ ਦਾ ਹਿਰਦੇ 'ਚ ਭੈ ਪੈਦਾ ਹੋ ਗਿਆ ਵੀ ਮੇਰਾ ਪਤੀ ਹੈ ਅਤੇ ਮੈਂ ਇਹਦੀ ਸੇਵਾ ਕਰਾਂ। ਆਪਣੇ ਪਤੀ ਨੂੰ ਆਪਣੇ ਕੋਰੇ ਵਿੱਚ ਚੱਕ ਕੇ ਥਾਂ ਥਾਂ 'ਤੇ ਉਹ ਤੁਰਦੀ ਫਿਰਦੀ ਰਹੀ, ਪਰ ਹਿਰਦੇ 'ਚ ਪ੍ਰੇਮ ਸੀ ਕਿ ਮੈਂ ਇਹਦੀ ਸੇਵਾ ਵੀ ਕਰਨੀ। ਇਸ ਤਰ੍ਹਾਂ ਜਿਹੜੀ ਪਤੀਵ੍ਰਤ ਇਸਤਰੀ ਹੁੰਦੀ ਹੈ, ਉਹਦੀ ਨਿਆਈ ਗੁਰਮੁਖ ਜੀਵਨ ਬਤੀਤ ਕਰਦੇ ਨੇ। ਪਰਮਾਤਮਾ ਦਾ ਭੈ ਵੀ ਹਿਰਦੇ 'ਚ ਚਾਹੀਦਾ ਹੈ। ਵਾਹਿਗੁਰੂ ਸਾਰਿਆਂ ਦਾ ਪਤੀ ਹੈ, ਇਹ ਜੀਵ ਆਤਮਾ ਇਸਤਰੀ ਨਿਆਈ ਹੈ, ਅਤੇ ਉਹਦੇ ਪ੍ਰੇਮ ਵਿੱਚ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਸਾਰਿਆਂ ਵਿੱਚ ਹੀ ਪਰਮਾਤਮਾ ਨੂੰ ਦੇਖਣਾ।
ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਮੇਰਾ ਜੀਵਨ ਵੀ ਉਸ ਵਾਹਿਗੁਰੂ ਦੀ ਆਗਿਆ ਵਿੱਚ ਹੈ, ਦੂਜਿਆਂ ਦਾ ਵੀ ਉਹਦੀ ਆਗਿਆ ਵਿੱਚ ਹੈ। ਸਾਰੇ ਵਾਹਿਗੁਰੂ ਦੇ ਭੇਜੇ ਹੋਏ ਸੰਸਾਰ ਵਿੱਚ ਆਏ ਨੇ, ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਇਸ ਨੂੰ ਪਛਾਣੇ ਤਦੋਂ ਮਹਾਰਾਜ ਕਹਿੰਦੇ ਭਾਈ ਹਰ ਨਾਮ ਸਮਾਏ, ਉਹ ਵਾਹਿਗੁਰੂ ਦੇ ਨਾਮ ਵਿੱਚ ਸਮਾ ਜਾਂਦੇ ਹਨ। ਹਰ ਕੀ ਦਾਤ ਹਰ ਜੀਉ ਜਾਣੈ। ਜੋ ਹਰੀ ਪਰਮਾਤਮਾ ਦੀ ਦਾਤ ਹੈ ਨਾ, ਭਗਤੀ ਨਾਮ ਰੂਪ ਦਾਤ, ਉਸ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ ਵੀ ਕਿਹਦੇ ਤਾਈਂ ਇਹ ਦਾਤ ਦੇਣੀ ਹੈ, ਕਿਵੇਂ ਇਸ ਨੂੰ ਦਾਤ ਪ੍ਰਾਪਤ ਹੋਣੀ ਹੈ। ਦੇਖੋ ਸਾਰਿਆਂ ਦੇ ਹਿਰਦੇ ਇੱਕੋ ਜਿਹੇ ਨੇ, ਸਾਰਿਆਂ ਦੇ ਸਰੀਰ ਇੱਕੋ ਜਿਹੇ ਨੇ, ਪਰ ਕਿਸੇ ਦੇ ਕਰਮ ਕੈਸੇ, ਕਿਸੇ ਦੇ ਕਰਮ ਕੈਸੇ। ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਜੀਵਨ ਸਵਾਰੇ ਹੋਏ ਨੇ, ਆਪਣੇ ਮਨਾਂ ਨੂੰ, ਆਪਣੇ ਹਿਰਦਿਆਂ ਨੂੰ ਉਜਲ ਕੀਤਾ ਹੈ। ਹਰੀ ਵਾਹਿਗੁਰੂ ਜਾਣਦਾ ਕਿ ਉਹਨਾਂ ਗੁਰਮੁਖਾਂ ਨੂੰ ਇਹ ਨਾਮ ਰੂਪ ਦਾਤ ਦੇਣੀ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਵਾਹਿਗੁਰੂ ਨੇ ਆਪਣੇ ਹੱਥ ਵਿੱਚ ਨਾਮ ਰੂਪ ਦਾਤ ਰੱਖੀ ਹੋਈ ਹੈ, ਭਗਤੀ ਰੂਪ ਦਾਤ ਰੱਖੀ ਹੋਈ ਹੈ। ਜਿਹੜਾ ਗੁਰਮੁਖ ਪ੍ਰਭੂ ਪਰਮਾਤਮਾ ਨੂੰ ਭਾ ਜਾਂਦਾ ਹੈ ਭਾਈ, ਉਹਨੂੰ ਵਾਹਿਗੁਰੂ ਉਹ ਦਾਤ ਬਖਸ਼ ਦਿੰਦਾ ਹੈ। ਹਰ ਕੀ ਦਾਤ, ਇਹ ਹਰੀ ਪਰਮਾਤਮਾ ਦੀ ਦਾਤ ਹੈ ਵਾਹਿਗੁਰੂ ਦੀ। ਹਰ ਜੀਉ ਜਾਣੈ, ਔਰ ਆਪ ਹੀ ਵਾਹਿਗੁਰੂ ਪਰਮਾਤਮਾ ਇਸ ਦੀ ਵਡਿਆਈ ਨੂੰ ਜਾਣਦਾ ਹੈ। ਗੁਰ ਕੈ ਸ਼ਬਦ ਇਹੋ ਮਨ ਮੋਲਿਆ, ਹਰ ਗੁਣ ਦਾਤਾ ਨਾਮ ਵਖਾਣੈ। ਫਿਰ ਭਾਈ ਜਿਨ੍ਹਾਂ ਦਾ ਮਨ ਗੁਰਾਂ ਦੇ ਸ਼ਬਦ ਨਾਲ ਮੌਲਿਆ ਗਿਆ, ਗੁਣਾਂ ਦੇ ਵਿੱਚ ਪ੍ਰਫੁੱਲਤ ਹੋ ਗਿਆ। ਮੌਲਿਆ ਦਾ ਅਰਥ ਹੈ ਖਿੜਨਾ। ਕਿਉਂ ਬਸੰਤ ਰਾਗ ਚੱਲ ਰਿਹਾ ਹੈ ਨਾ ਸਾਧ ਸੰਗਤ, ਤੇ ਬਸੰਤ ਰੁੱਤ ਵਿੱਚ ਅਸੀਂ ਦੇਖਦੇ ਹਾਂ ਖਿੜਾਅ ਪੈਦਾ ਹੁੰਦਾ ਹੈ। ਜੀਵ ਜਿੱਥੇ ਅਸੀਂ ਬਾਹਰ ਬਨਸਪਤੀ ਦੇਖਦੇ ਹਾਂ ਪ੍ਰਫੁੱਲਤ ਹੋ ਰਹੀ ਹੈ, ਬਨਸਪਤੀ ਨੂੰ ਨਵਾਂ ਜੀਵਨ ਮਿਲਿਆ ਬਸੰਤ ਰੁੱਤ ਵਿੱਚ। ਇਸ ਤਰ੍ਹਾਂ ਹੀ ਜਿਹੜਾ ਜੀਵਨ ਹੈ, ਜੀਵ ਹੈ, ਇਸ ਨੂੰ ਗੁਣਾਂ ਦੇ ਨਾਲ ਸਤਿਗੁਰੂ ਜੀ ਪ੍ਰਫੁੱਲਤ ਕਰ ਦਿੰਦੇ ਨੇ, ਖਿੜਾ ਦਿੰਦੇ ਨੇ। ਇਹਦੇ ਜੀਵਨ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਸਹਿਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਿਤ ਜੋਤ ਕੀ ਥਕੇ, ਭੇਖੀ ਭਰਮ ਭੁਲਾਏ। ਸਹਿਜ ਅਵਸਥਾ, ਮਨ ਦਾ ਟਿਕਾਅ, ਮਨ ਵਿੱਚ ਸ਼ਾਂਤੀ, ਮਨ ਵਿੱਚ ਵਿਰਾਗ, ਮਨ ਵਿੱਚ ਪ੍ਰੇਮ, ਮਨ ਵਿੱਚ ਗਿਆਨ। ਇਹ ਸਹਿਜ ਅਵਸਥਾ ਹੁੰਦੀ ਹੈ ਜਿਹੜੀ ਮਨ ਦੀ ਇਕਾਗਰਤਾ ਬਣ ਜੇ। ਜਿਵੇਂ ਦੇਖੋ ਸਾਧ ਸੰਗਤ, ਸੂਰਜ ਦਾ ਪ੍ਰਕਾਸ਼ ਧਰਤੀ ਤੇ ਪੈਂਦਾ ਹੈ, ਇੱਕ ਸੀਸਾ ਹੁੰਦਾ ਹੈ, ਇਹਨੂੰ ਉੱਤਲ ਲੈਂਜ ਕਿਹਾ ਜਾਂਦਾ ਹੈ। ਇਹ ਵਿਚਕਾਰੋਂ ਅੰਦਰ ਨੂੰ ਦਬਿਆ ਹੁੰਦਾ ਹੈ। ਜਿਹੜੇ ਸਾਇੰਸਦਾਨ ਨੇ ਇਸ ਸੀਸੇ ਦੀ ਵਰਤੋਂ ਕਰਦੇ ਨੇ, ਜਾਂ ਐਨਕ ਵਾਲਾ ਸੀਸਾ, ਜਦੋਂ ਇਸ ਦੇ ਵਿੱਚੋਂ ਰੋਸ਼ਨੀ ਲੰਘਦੀ ਹੈ ਤਾਂ ਉਹ ਰੋਸ਼ਨੀ ਦੀ ਜਿਹੜੀ ਇੱਕ ਲਾਈਨ ਬਣ ਜਾਂਦੀ ਹੈ, ਸਾਰੀਆਂ ਕਿਰਨਾਂ ਇਕੱਠੀਆਂ ਹੋ ਜਾਂਦੀਆਂ ਨੇ। ਉਹ ਕਿਰਨਾਂ ਜਦੋਂ ਇਕੱਠੀਆਂ ਹੋ ਕੇ ਇੱਕ ਬਿੰਦੂ ਬਣ ਜਾਂਦੀਆਂ ਨੇ, ਤੇ ਜਦੋਂ ਅਸੀਂ ਉਹਦੇ ਸਾਹਮਣੇ ਕੋਈ ਕਾਗਜ਼ ਕਰਾਂਗੇ ਤਾਂ ਉਹ ਸੜਨਾ ਸ਼ੁਰੂ ਹੋ ਜਾਂਦਾ, ਉਹਨੂੰ ਅੱਗ ਲੱਗ ਜਾਂਦੀ। ਜੇ ਆਪਣਾ ਹੱਥ ਵੀ ਕਰੀਏ ਨਾ ਤਾਂ ਉਹ ਵੀ ਸਾਧ ਸੰਗਤ ਸੇਕ ਦੇ ਨਾਲ ਮਚਣਾ ਸ਼ੁਰੂ ਹੋ ਜਾਂਦਾ। ਉਸ ਸੀਸੇ ਰਾਹੀਂ ਜਿਹੜੀਆਂ ਕਿਰਨਾਂ ਨੇ ਇਕੱਠੀਆਂ ਹੋ ਜਾਂਦੀਆਂ ਨੇ। ਵੈਸੇ ਤਾਂ ਇਹ ਬਾਹਰ ਖਿੰਡੀਆਂ ਹੁੰਦੀਆਂ ਨੇ, ਇਹਨਾਂ ਦਾ ਇਹ ਪ੍ਰਭਾਵ ਬਹੁਤਾ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਉਹ ਖਿੰਡਿਆ ਹੋਇਆ ਹੈ, ਕਦੇ ਪਦਾਰਥਾਂ ਵੱਲ, ਕਦੇ ਸਰੀਰ ਦੇ ਰਸਾਂ ਵੱਲ, ਕਦੇ ਪਰਿਵਾਰ ਦੇ ਸੁੱਖਾਂ ਵੱਲ, ਕਿਤੇ ਪਿਛਲੀਆਂ
ਯਾਦਾਂ ਦੇ ਵਿੱਚ, ਕਿਤੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਮਨ ਖਿੰਡਿਆ ਪਿਆ ਹੈ। ਇਸ ਲਈ ਮਨ ਦੀ ਜਿੰਨੀ ਵੀ ਤਾਕਤ ਹੈ, ਸ਼ਕਤੀ ਹੈ, ਉਹ ਸਾਰੀ ਖਿੰਡੀ ਪਈ ਹੈ। ਜਿਸ ਨੇ ਆਪਣੇ ਮਨ ਨੂੰ ਇਕਾਗਰ ਕੀਤਾ ਹੈ, ਇਹਨਾਂ ਸਾਰਿਆਂ ਪਾਸਿਆਂ ਤੋਂ ਰੋਕ ਕਰਕੇ ਮਨ ਨੂੰ ਇੱਕ ਥਾਂ ਤੇ ਲੈ ਆਂਦਾ ਹੈ, ਅੰਦਰ ਰੱਖ ਲਿਆ ਹੈ, ਉਹਦਾ ਮਨ ਟਿਕਾ ਦੇ ਵਿੱਚ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸਹਿਜ ਅਵਸਥਾ। ਪਰ ਗੁਰੂ ਪਾਤਸ਼ਾਹ ਕਹਿੰਦੇ ਇਹ ਅਵਸਥਾ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਸਹਿਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਪੜ੍ਹ ਪੜ੍ਹ ਪੰਡਤ ਜੋਤ ਕੀ ਥੱਕੇ। ਜਿਹੜੇ ਵਿਦਵਾਨ ਲੋਕ ਨੇ ਨਾ, ਉਹ ਬੜੇ ਗ੍ਰੰਥ ਪੜ੍ਹਦੇ ਨੇ, ਦਿਨ ਰਾਤ ਵੇਦਾਂ ਸ਼ਾਸਤਰਾਂ ਨੂੰ, ਬੜੇ ਧਾਰਮਿਕ ਗ੍ਰੰਥ ਪੜ੍ਹਦੇ ਨੇ, ਪਰ ਮਹਾਰਾਜ ਕਹਿੰਦੇ ਉਹ ਥੱਕ ਗਏ ਨੇ ਭਾਈ। ਕਿਉਂ? ਭੇਖੀ ਭਰਮ ਭੁਲਾਏ। ਜਿਹੜੇ ਭੇਖ ਧਾਰੀ ਲੋਕ ਨੇ, ਉਹ ਭਰਮ ਵਿੱਚ ਭਟਕਦੇ ਪਏ ਨੇ, ਉਹਨਾਂ ਨੂੰ ਵੀ ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ। ਗੁਰ ਭੇਟੇ ਸਹਿਜ ਉਪਜੈ। ਜਿਹੜੇ ਗੁਰੂ ਸਾਹਿਬਾਂ ਨੂੰ ਮਿਲੇ ਨੇ, ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਹਰ ਸੱਚੈ ਸੱਚ ਸਮਾਏ। ਉਹ ਹਰੀ ਸੱਚੇ ਦੇ ਵਿੱਚ ਸੱਚ ਹੋ ਕੇ ਸਮਾ ਜਾਂਦੇ ਨੇ। ਗੁਰਮੁਖਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਗੁਰੂ ਤੋਂ ਬਿਨਾਂ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਸ਼ਬਦੈ ਹੀ ਤੇ ਸਹਿਜ ਉਪਜੈ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ, ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਕੀ ਹੁੰਦਾ? ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਤ। ਜਿਹੜਾ ਸਹਿਜ ਅਵਸਥਾ ਦੇ ਵਿੱਚ ਪਰਮਾਤਮਾ ਨੂੰ ਗਾਉਂਦਾ ਹੈ। ਅਸੀਂ ਕਦੇ ਬਾਣੀ ਪੜ੍ਹਦੇ ਹੋਈਏ ਤੇ ਸਾਡਾ ਮਨ ਥੋੜ੍ਹਾ ਜਿਹਾ ਟਿਕ ਜੇ, ਉਸ ਟਿਕਾ ਵਿੱਚ ਕੋਈ ਸ਼ਬਦ ਅੰਦਰੋਂ ਨਿਕਲੇ ਤੇ ਮਨ ਅੰਦਰ ਰਸ ਭਰ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਉਹ ਥੋੜ੍ਹੀ ਜਿਹੀ ਸ਼ਾਂਤੀ ਸਾਨੂੰ ਬਹੁਤ ਟਿਕਾ ਦਿੰਦੀ ਹੈ, ਮਸਤ ਕਰ ਦਿੰਦੀ ਹੈ। ਥੋੜ੍ਹੇ ਜਿਹੇ ਛਿਨ ਵਿੱਚ ਹੀ ਮਨ ਨੂੰ ਬਹੁਤ ਰਸ ਆ ਜਾਂਦਾ ਹੈ, ਸੁੱਖ ਮਿਲ ਜਾਂਦਾ ਹੈ, ਤੇ ਕਹਿੰਦਾ ਵੀ ਅੱਜ ਬਾਣੀ ਪੜ੍ਹੀ ਬੜਾ ਰਸ ਆਇਆ। ਭਾਵੇਂ ਉਹ ਥੋੜ੍ਹਾ ਹੀ ਹੋਵੇ ਸਾਸ, ਅਸੀਂ ਬਾਣੀ ਪੜ੍ਹੀ, ਪੂਰਾ ਪਾਠ ਕੀਤਾ, ਪਰ ਉਹ ਇੱਕ ਦੋ ਸ਼ਬਦ ਹੀ ਸੁਣ ਕੇ ਟਿਕਾ ਪੈਦਾ ਹੋਇਆ ਹੋਵੇ ਤਾਂ ਫਿਰ ਵੀ ਮਨ ਸ਼ਾਂਤ ਹੋ ਜਾਂਦਾ ਹੈ। ਤੇ ਜਿਨ੍ਹਾਂ ਗੁਰਮੁਖਾਂ ਨੂੰ ਦਿਨ ਰਾਤ ਹੀ ਇਹ ਟਿਕਾ ਪ੍ਰਾਪਤ ਹੋਇਆ, ਉਹਨਾਂ ਦਾ ਕਿੰਨਾ ਸੁੱਖ ਹੋਵੇਗਾ। ਦੇਖੋ, ਉਸੇ ਸੁੱਖ ਵਿੱਚ ਹੀ ਭਾਈ ਤਾਰੂ ਸਿੰਘ ਜੀ ਸਨ, ਭਾਈ ਮਤੀ ਦਾਸ, ਜਿਨ੍ਹਾਂ ਨੂੰ ਦੁਨੀਆ ਦਾ ਦੁੱਖ ਛੂਹਿਆ ਹੀ ਨਹੀਂ, ਪਰ ਇਹ ਸੁੱਖ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦਾ ਸਹਿਜ ਅਵਸਥਾ ਵਿੱਚ ਗਾਇਆ ਹੋਇਆ ਭਾਈ ਥਾਏ ਪੈਂਦਾ ਹੈ। ਬਿਨਾਂ ਸਹਿਜ ਤੋਂ ਜਿਹੜੀ ਕਥਨੀ ਹੈ, ਕਥਾ ਕਰਨੀ, ਉਹ ਬਾਤ ਹੈ, ਝੂਠੀ ਹੈ। ਸਹਿਜ ਅਵਸਥਾ ਦੇ ਵਿੱਚ ਹੀ ਪ੍ਰਭੂ ਨਾਲ ਪਿਆਰ ਪੈਂਦਾ ਹੈ। ਸਹਿਜ ਅਵਸਥਾ ਵਿੱਚ ਹੀ ਗੁਣ ਗਾ ਕੇ ਪਰਮੇਸ਼ਰ ਨਾਲ ਮਿਲਿਆ ਜਾਂਦਾ ਹੈ। ਗੁਰ ਕੈ ਸ਼ਬਦ ਇਹੋ ਮਨ ਮੌਲਿਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਕਮਾਇਆ, ਉਹਨਾਂ ਦਾ ਇਹ ਮਨ ਗੁਣਾਂ ਦੇ ਸਹਿਤ ਪ੍ਰਫੁੱਲਤ ਹੋ ਗਿਆ। ਹਰ ਗੁਣ ਦਾਤਾ ਨਾਮ ਵਖਾਣੈ। ਉਹ ਜੋ ਗੁਣਾਂ ਦਾ ਦਾਤਾ ਪਰਮੇਸ਼ਰ ਪ੍ਰਭੂ ਵਾਹਿਗੁਰੂ ਹਰ ਹੈ, ਉਸ ਦੇ ਨਾਮ ਨੂੰ ਵਖਾਣੈ ਕਹਿੰਦੇ ਨੇ। ਦਿਨ ਰਾਤ ਨਾਮ ਨੂੰ ਯਾਦ ਕਰਦੇ ਨੇ, ਨਾਮ ਦਾ ਵਖਿਆਣ ਕਰਦੇ ਹਨ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਭਾਈ ਜੇ ਕੋਈ ਆਪਣੇ ਸਰੀਰ ਤੇ ਚਿੱਟੇ ਵਸਤਰ ਪਹਿਨ ਲਵੇ, ਕੋਈ ਪੀਲੇ ਵਸਤਰ, ਕੋਈ ਕਾਲੇ ਵਸਤਰ, ਕੋਈ ਭਗਵੇ ਵਸਤਰ ਪਹਿਨ ਲਏ,
ਕੱਲਾ ਵੇਸ ਬਣਾਉਣ ਦੇ ਨਾਲ ਕੋਈ ਮੁਕਤ ਨਹੀਂ ਹੋ ਜਾਂਦਾ। ਜਿਵੇਂ ਕੱਲ ਵੀ ਆਖਿਆ ਸੀ, ਜੇ ਕੋਈ ਜੰਗਮ ਬਣ ਜੇ, ਕੋਈ ਸਰੇਵੜਾ, ਕੋਈ ਜੋਗੀ ਬਣ ਜੇ, ਕੋਈ ਸੰਨਿਆਸੀ, ਕੋਈ ਉਦਾਸੀ, ਕੇਵਲ ਮਤ ਧਾਰਨ ਕਰਨ ਦੇ ਨਾਲ ਕੋਈ ਮੁਕਤ ਨਹੀਂ ਹੁੰਦਾ। ਜਿੱਥੇ ਕਲਗੀਧਰ ਸਤਿਗੁਰੂ ਮਹਾਰਾਜ ਕਹਿੰਦੇ, ਕਾਹੇ ਕੋ ਬਸਤਰ ਕਰੋ ਭਗਵਾ, ਭੇਖੀ ਭਗਵਾਨ ਨਾ ਹੋਇਆ ਹੈ। ਸਤਿਗੁਰੂ ਕਹਿੰਦੇ, ਅਸੀਂ ਕਾਹਦੇ ਵਾਸਤੇ ਭਗਵਾ ਲਿਬਾਸ ਕਰੀਏ? ਕੋਈ ਭੇਖੀ ਬਣ ਕੇ ਭਗਵਾਨ ਥੋੜ੍ਹੀ ਬਣ ਜਾਂਦਾ, ਰਹਿੰਦਾ ਤਾਂ ਉਹ ਵੀ ਜੀਵ ਹੀ ਹੈ ਨਾ। ਸੋ ਸਤਿਗੁਰੂ ਇੱਥੇ ਸਮਝਾਉਂਦੇ ਨੇ, ਭਗਵੈ ਵੇਸ ਭ੍ਰਮ ਮੁਕਤ ਨਾ ਹੋਏ। ਜਿਹੜੇ ਭਗਵਾ ਜਾਂ ਹੋਰ ਤਰ੍ਹਾਂ ਦਾ ਲਿਬਾਸ ਬਣਾ ਲੈਂਦੇ, ਉਹ ਭਾਈ ਭਰਮ ਦੇ ਰਹਿੰਦੇ ਨੇ। ਭੇਖੀ ਪ੍ਰਭੂ ਨਾ ਪਾਵਈ ਬਿਨ ਸੱਚੀ ਸਿੱਖੰ। ਸੱਚੀ ਸਿੱਖਿਆ ਤੋਂ ਬਿਨਾਂ ਸਾਧ ਸੰਗਤ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਭਰਮ, ਉਹ ਭਰਮ ਦੇ ਰਹਿੰਦੇ ਨੇ ਕਿ ਅਸੀਂ ਤਾਂ ਹੁਣ ਮੁਕਤ ਹੋ ਗਏ ਹਾਂ। ਇਹ ਸੰਸਾਰੀ ਜੀਵ ਨੇ, ਇਹ ਮੋਹ ਮਾਇਆ 'ਚ ਫਸੇ ਹੋਏ ਨੇ, ਅਸੀਂ ਪੂਰਨ ਪੁਰਖ ਹਾਂ, ਮੁਕਤ ਨਾ ਹੋਏ। ਮਹਾਰਾਜ ਕਹਿੰਦੇ ਉਹ ਮੁਕਤ ਨਹੀਂ ਹੋ ਸਕਦੇ। ਬਹੁ ਸੰਜਮ ਸ਼ਾਂਤ ਨਾ ਪਾਵੈ ਕੋਈ। ਜੇ ਕੋਈ ਬਹੁਤ ਸੰਜਮ ਰੱਖੇ, ਕੋਈ ਦੇਵੀ ਦੇਵਤਿਆਂ ਦੇ ਜਪ ਕਰਦਾ ਰਹੇ, ਧੂਣੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਭੁੱਖਾਂ ਸਹਾਰਨੀਆਂ, ਜਾਂ ਇੰਦਰੀਆਂ ਨੂੰ ਦਮਨ ਕਰਨਾ, ਵਰਤ ਰੱਖਣੇ, ਹੋਰ ਸੰਜਮ ਰੱਖ ਲਵੇ, ਸ਼ਾਂਤ ਨਾ ਪਾਵੈ ਕੋਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਕੋਈ ਸ਼ਾਂਤੀ ਟਿਕਾ ਪ੍ਰਾਪਤ ਨਹੀਂ ਕਰਦਾ। ਗੁਰਮਤਿ ਨਾਮ ਪ੍ਰਾਪਤ ਹੋਏ। ਜਿਨ੍ਹਾਂ ਨੇ ਗੁਰਮਤਿ ਕਮਾਉਣਾ ਕੀਤੀ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਮੱਤ ਲੈ ਕਰਕੇ ਆਪਣੀ ਮੱਤ ਗਵਾ ਦਿੱਤੀ ਹੈ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦੇ ਹਿਰਦੇ ਵਿੱਚ ਨਾਮ ਆ ਕੇ ਵਸ ਜਾਂਦਾ। ਜਿੱਥੇ ਆਪਣੀ ਮੱਤ ਹੀ ਛੱਡ ਦੇਣੀ, ਕੇਵਲ ਗੁਰਮਤਿ ਵਾਲਾ ਜੀਵਨ ਬਤੀਤ ਕਰਨਾ। ਵੀ ਗੁਰੂ ਸਾਹਿਬ ਕੀ ਕਹਿੰਦੇ ਨੇ, ਗੁਰੂ ਸਾਹਿਬਾਂ ਦਾ ਕੀ ਹੁਕਮ ਹੈ, ਆਪਣੇ ਮਨ ਨੂੰ ਸਮਝਾਉਂਦੇ ਰਹਿਣਾ, ਮਨਾ ਸਤਿਗੁਰਾਂ ਦੀ ਸਿੱਖਿਆ ਧਾਰਨ ਕਰ। ਜਿੱਥੇ ਮਹਾਰਾਜ ਕਹਿੰਦੇ, ਭੋਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਨਾਮ ਧਿਆਏ। ਜਿਹੜਾ ਇਹ ਮਨ ਭੁੱਲਿਆ ਹੋਇਆ ਹੈ ਪ੍ਰਭੂ ਪਰਮਾਤਮਾ ਤੋਂ, ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਾਧ ਸੰਗ ਸਮਝ ਜਾਂਦਾ ਹੈ, ਗੁਰਮਤਿ ਧਾਰਨ ਕਰਕੇ। ਦੇਖੋ ਮਨ ਦਾ ਸੁਭਾਅ ਹੈ, ਇਹ ਮਾਇਆ ਦੇ ਵਿੱਚ ਮਾਇਆ ਵੱਲ ਹੀ ਦੌੜਦਾ ਰਹਿੰਦਾ ਹੈ। ਪਰ ਜਿੱਥੇ ਗੁਰਮਤਿ ਸਾਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ ਕਿ ਨਾਮ ਦੀ ਵਡਿਆਈ ਜਾਣ, ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ, ਉਹ ਕਰੋੜਾਂ ਵਿੱਚੋਂ ਲੱਖਾਂ ਵਿੱਚੋਂ ਸਭ ਤੋਂ ਵੱਡਾ ਰਾਜਾ ਹੈ, ਸਾਰਿਆਂ ਤੋਂ ਸ਼੍ਰੋਮਣੀ। ਜਾ ਕੋ ਨਾਮ ਨਾ ਦੀਆ ਮੇਰਾ ਸਤਿਗੁਰ, ਤੇ ਭ੍ਰਮ ਮਰਹੇ ਗਾਵਾਰਾ। ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਮ ਦੀ ਦਾਤ ਨਹੀਂ ਬਖਸ਼ੀ ਭਾਈ, ਉਹ ਸੰਸਾਰ ਵਿੱਚ ਭਟਕਦੇ ਭਟਕਦੇ ਅੰਤ ਨੂੰ ਮਰ ਜਾਂਦੇ ਨੇ। ਭਟਕਦਾ ਹੀ ਹੈ ਨਾ, ਛੋਟੀ ਅਵਸਥਾ ਤੋਂ ਹੀ, ਬਚਪਨ ਤੋਂ ਹੀ ਸੰਸਾਰ ਨਾਲ ਮੋਹ ਲੱਗਿਆ ਹੋਇਆ। ਸੰਸਾਰ ਜੋ ਸੁੱਖ ਲੈਣਾ ਚਾਹੁੰਦਾ ਤੇ ਬਜ਼ੁਰਗ ਹੋ ਗਿਆ, ਅਜੇ ਵੀ ਕਹਿੰਦਾ ਵੀ ਮੇਰਾ ਸੰਸਾਰ, ਮੇਰੇ ਪੁੱਤਰ, ਮੇਰੇ ਬੱਚੇ, ਮੇਰਾ ਘਰ। ਪਰ ਇਹਨੂੰ ਇਹ ਸਮਝ ਨਹੀਂ ਪਈ ਵੀ ਅੱਖਾਂ ਦੇ ਸਾਹਮਣੇ ਸਭ ਕੁਝ ਚਲਿਆ ਜਾ ਰਿਹਾ। ਮੈਂ ਤਾਂ ਇੱਥੇ ਸੰਸਾਰ ਵਿੱਚ ਇੱਕ ਨਾਮ ਜਪਣ ਵਾਸਤੇ ਆਇਆ ਤੇ ਅਜੇ ਵੀ ਨਾਮ ਨਾ ਜਪਾਂ। ਸਤਿਗੁਰੂ ਮਹਾਰਾਜ ਕਹਿੰਦੇ ਭੁੱਲਿਆ ਹੋਇਆ ਮਨ ਭਟਕਦਾ ਰਹਿੰਦਾ ਹੈ, ਮੇਰੇ ਸਤਿਗੁਰ ਹੀ ਪਤ ਰਾਖ। ਹੇ ਮੇਰੇ ਸਤਿਗੁਰੂ, ਮੇਰੀ ਵੀ ਪਤ ਇੱਜ਼ਤ ਰੱਖ ਲਈ ਆਪਣੇ ਦਰ ਤੇ।
ਚੀਤ ਆਵੈ ਤਬ ਹੀ ਪਤ ਪੂਰੀ ਬਿਸਰਤ ਰਲੀਐ ਖਾਕ। ਔਰ ਉਹ ਪਤ ਕਿਵੇਂ ਬਣਦੀ ਹੈ? ਜੇ ਤੂੰ ਸਾਨੂੰ ਚੇਤੇ ਆਉਂਦਾ ਰਹੇ, ਸਵਾਸ ਸਵਾਸ ਸਾਡੇ ਚੇਤੇ 'ਚ ਵਸ ਜੇ, ਅਸੀਂ ਆਪਣੇ ਜੀਵਨ ਦਾ ਆਧਾਰ ਤੈਨੂੰ ਬਣਾ ਲਈਏ, ਆਸਰਾ ਬਣਾ ਲਈਏ। ਬਿਸਰਤ ਰਲੀਐ ਖਾਕ, ਜਿਨ੍ਹਾਂ ਨੇ ਤੈਨੂੰ ਭੁਲਾ ਦਿੱਤਾ ਉਹ ਖਾਕ ਹੋ ਗਏ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਭਾਵੇਂ ਰਾਜੇ ਸਨ, ਮਹਾਰਾਜੇ ਸਨ, ਸਾਰੇ ਉਹਨਾਂ ਨੂੰ ਭੁਲਾ ਚੁੱਕੇ ਨੇ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਆਇਆ ਹੋਇਆ ਸਫਲਾ ਹੋ ਗਿਆ। ਉਹਨਾਂ ਦੇ ਨਾਮ ਚੰਦਰਮਾ ਦੇ ਤਰ੍ਹਾਂ ਚਮਕਦੇ ਪਏ ਨੇ। ਗੁਰਮਤਿ ਨਾਮ ਪ੍ਰਾਪਤ ਹੋਏ, ਜਿਹੜੇ ਗੁਰਮਤਿ ਕਮਾਉਂਦੇ ਨੇ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਵੱਡ ਭਾਗੀ ਹਰਿ ਪਾਵੈ ਸੋਈ, ਉਹ ਵੱਡਿਆਂ ਭਾਗਾਂ ਵਾਲੇ ਹਰੀ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰਦੇ ਹਨ। ਕਲ ਮਹੇ ਰਾਮ ਨਾਮ ਵਡਿਆਈ, ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ ਭਾਈ, ਕਲਯੁਗ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਜਿਵੇਂ ਸਤਿਯੁਗ ਸੀ, ਸਤਿਯੁਗ ਸੱਤ, ਲੋਕ ਸੱਤ ਕਮਾਉਂਦੇ ਸਨ। ਤੇਤਾ ਜੱਗੀ, ਤ੍ਰੇਤੇ ਵਿੱਚ ਸਾਧ ਸੰਗ ਜੱਗ ਆਦਿ ਕਰਿਆ ਕਰਦੇ। ਦੁਆਪਰ ਪੂਜਾ ਚਾਰ, ਦੁਆਪਰ ਯੁੱਗ ਦੇ ਵਿੱਚ ਲੋਕ ਪੂਜਾ ਕਰਿਆ ਕਰਦੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਤੀਨੋਂ ਯੁੱਗ ਤੀਨੇ ਦਿੜੇ, ਤਿੰਨਾਂ ਯੁੱਗਾਂ ਵਿੱਚ ਤਿੰਨ ਹੀ ਇਹ ਕਰਮ ਪੱਕੇ ਸਨ। ਕਲ ਕੇਵਲ ਨਾਮ ਆਧਾਰ, ਪਰ ਕਲਯੁੱਗ ਦੇ ਵਿੱਚ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਵਾਰ ਵਾਰ ਸਾਨੂੰ ਸਮਝਾਇਆ ਕਿ ਤੂੰ ਨਾਮ ਨਾਲ ਪ੍ਰੀਤ ਪਾ, ਨਾਮ ਨੂੰ ਜਪਿਆ ਕਰ, ਨਾਮ ਦੀ ਮਹਿਮਾ ਨੂੰ ਪਛਾਣ। ਕਲਯੁੱਗ ਦੇ ਵਿੱਚ ਸਤਿਗੁਰੂ ਕਹਿੰਦੇ ਨਾਮ ਦੀ ਵਡਿਆਈ ਹੈ। ਗੁਰ ਪੂਰੇ ਤੇ ਪਾਇਆ ਜਾਈ, ਇਹ ਨਾਮ ਪੂਰੇ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਨਾਮ ਰਤੇ ਸਦਾ ਸੁਖ ਪਾਈ, ਜਿਹੜੇ ਨਾਮ ਵਿੱਚ ਰੰਗੇ ਗਏ ਨੇ ਉਹਨਾਂ ਨੇ ਸਦਾ ਰਹਿਣ ਵਾਲਾ, ਦਿਨ ਰਾਤ ਰਹਿਣ ਵਾਲਾ ਸੁੱਖ ਪ੍ਰਾਪਤ ਕੀਤਾ ਹੈ। ਬਿਨ ਨਾਮੈ ਹਉਮੈ ਜਲ ਜਾਈ, ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਭਾਈ, ਉਹ ਹਉਮੈ ਦੇ ਵਿੱਚ ਹੀ ਜਲਦੇ ਰਹਿੰਦੇ ਨੇ, ਤੜਫਦੇ ਰਹਿੰਦੇ ਨੇ। ਉਹਨਾਂ ਦਾ ਮਨ ਹਉਮੈ ਕਰਕੇ ਸੜਿਆ ਹੋਇਆ ਹੈ। ਵੱਡ ਭਾਗੀ ਹਰਿ ਨਾਮ ਵਿਚਾਰਾ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਕੀਤੀ, ਨਾਮ ਦੇ ਸੁੱਖ ਨੂੰ ਜਾਣਿਆ। ਦੇਖੋ ਦੋ ਤਰ੍ਹਾਂ ਦੇ ਜੀਵ ਨੇ, ਇੱਕ ਤਾਂ ਪਰਮਾਤਮਾ ਤੋਂ ਭੁੱਲੇ ਹੋਏ ਤੇ ਇੱਕ ਪਰਮਾਤਮਾ ਨਾਲ ਜੁੜੇ ਹੋਏ। ਜਿਹੜੇ ਪਰਮਾਤਮਾ ਤੋਂ ਭੁੱਲੇ ਹੋਏ ਨੇ ਉਹ ਮਾਇਆ ਨੂੰ ਸੋਚਦੇ ਨੇ, ਮਾਇਆ ਦੇ ਸੁੱਖਾਂ ਨੂੰ ਚੇਤੇ ਕਰਦੇ। ਤੇ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ ਉਹ ਸਾਧ ਸੰਗ ਪਰਮਾਤਮਾ ਨੂੰ ਚੇਤੇ ਕਰਦੇ ਨੇ, ਪਰਮਾਤਮਾ ਵਿੱਚ ਸੁੱਖ ਪ੍ਰਾਪਤ ਕਰਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਵੱਡਿਆਂ ਭਾਗਾਂ ਵਾਲੇ ਨੇ ਗੁਰਮੁਖ, ਜਿਨ੍ਹਾਂ ਨੇ ਨਾਮ ਦੀ ਵਿਚਾਰ ਕੀਤੀ, ਨਾਮ ਦੇ ਸੁੱਖ ਨੂੰ ਜਾਣਿਆ ਹੈ। ਛੂਟੈ ਰਾਮ ਨਾਮ ਦੁਖ ਸਾਰਾ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਸਾਰਾ ਹੀ ਦੁੱਖ ਛੁੱਟ ਜਾਂਦਾ ਹੈ। ਛੂਟੈ ਰਾਮ ਨਾਮ ਦੁੱਖ ਸਾਰਾ, ਜੀਵਨ ਵਿੱਚ ਭਾਵੇਂ ਪਹਿਲਾਂ ਤੋਂ ਦੁਖੀ ਹੋਣ, ਅੱਗੇ ਆਉਣ ਵਾਲੇ ਕੋਈ ਦੁੱਖ ਹੋਣ। ਦੁੱਖ ਕਹਿੰਦੇ ਨੇ ਪਾਪਾਂ ਦੇ ਫਲ ਨੂੰ, ਜਿਹੜੇ ਜੀਵ ਪਾਪ ਕਰਦੇ ਉਹਨਾਂ ਦਾ ਫਲ ਮਿਲਦਾ ਦੁੱਖ। ਤੇ ਸਤਿਗੁਰੂ ਕਹਿੰਦੇ ਸਾਰੇ ਹੀ ਦੁੱਖ ਮਿਟ ਜਾਂਦੇ ਭਾਈ। ਛੂਟੈ ਰਾਮ ਨਾਮ, ਜਿਹਨੂੰ ਪਰਮਾਤਮਾ ਦਾ ਨਾਮ ਛੁੱਟਿਆ ਹੋਇਆ, ਭਾਵ ਚੇਤੇ ਨਹੀਂ ਕਰਦਾ, ਦੁੱਖ ਸਾਰਾ, ਉਹਦੇ ਜੀਵਨ ਵਿੱਚ ਸਾਰਾ ਹੀ ਦੁੱਖ ਬਣਿਆ ਰਹਿੰਦਾ ਹੈ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹਨੇ ਬਾਹਰ ਵੀ ਵਾਹਿਗੁਰੂ ਦੇ ਨਾਮ ਦਾ ਹੀ ਪਸਾਰਾ ਦੇਖਿਆ ਵੀ ਸਭ ਥਾਵਾਂ ਤੇ ਉਹੀ ਸਮਾਇਆ ਹੋਇਆ, ਪਸਰ ਰਿਹਾ ਹੈ। ਨਾਨਕ ਜਾਣੈ ਸਭ ਉਪਾਵਨ ਹਾਰਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ, ਭਾਈ ਗੁਰਸਿੱਖੋ, ਜੋ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਹੈ, ਉਹ ਸਾਰਿਆਂ ਦੇ ਹਿਰਦੇ ਦੀ ਜਾਣਦਾ ਭਾਈ। ਉਹ ਸਾਰੇ ਜੀਵਾਂ ਨੂੰ ਜਾਣਦਾ, ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਜਿੱਥੇ ਮਹਾਰਾਜ ਕਹਿੰਦੇ ਨਦਰ ਆਪਣੀ ਮਿਹਰ ਦੇ ਵਿੱਚ
ਨਜ਼ਰ ਦੇ ਵਿੱਚ ਸਾਰੇ ਜੀਵਾਂ ਨੂੰ ਉਹ ਰੱਖਦਾ ਹੈ। ਚਿੱਤੈ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਈ। ਉਹਦੇ ਚਿੱਤ ਵਿੱਚ ਸਾਰੇ ਨੇ। ਅਸੀਂ ਉਸ ਨੂੰ ਭੁਲਾ ਸਕਦੇ ਹਾਂ, ਪਰ ਉਹ ਸਾਨੂੰ ਨਹੀਂ ਭੁਲਾਉਂਦਾ। ਅਸੀਂ ਉਹਦੇ ਤੋਂ ਬਿਨਾਂ ਜੀਵਨ ਬਤੀਤ ਕਰ ਸਕਦੇ ਹਾਂ, ਪਰ ਸਾਡਾ ਜੀਵਨ ਉਹਦੇ ਤੋਂ ਬਿਨਾਂ ਨਹੀਂ ਬਤੀਤ ਹੋ ਸਕਦਾ। ਕਿਵੇਂ? ਪਾਣੀ ਵਿੱਚ ਮੱਛੀ ਰਹਿੰਦੀ ਹੈ, ਮੱਛੀ ਪਾਣੀ ਨੂੰ ਭੁਲਾ ਸਕਦੀ ਹੈ, ਪਰ ਪਾਣੀ ਮੱਛੀ ਨੂੰ ਨਹੀਂ ਭੁਲਾਉਂਦਾ। ਪਾਣੀ ਮੱਛੀ ਨੂੰ ਪਾਲਦਾ ਹੈ, ਆਪਣੇ ਵਿੱਚ ਰੱਖਦਾ ਹੈ। ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ ਹੈ। ਇਸ ਤਰ੍ਹਾਂ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਵੀ ਜੀਵਨ ਨਹੀਂ ਹੈ। ਸੋ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਭਾਈ ਉਹ ਪਰਮਾਤਮਾ ਸਾਰਿਆਂ ਦੇ ਹਿਰਦੇ ਦੀ ਜਾਣਦਾ ਹੈ। ਤੂੰ ਵੀ ਉਹਨੂੰ ਜਾਣ, ਉਹਦੇ ਗੁਣ ਗਾਇਆ ਕਰ, ਆਪਣੇ ਜੀਵਨ ਨੂੰ ਸਫਲ ਕਰ ਔਰ ਖੜਾਉਣਾ ਕਰ। ਤੇਰਾ ਜੀਵਨ ਵੀ ਮੌਲਿਆ ਜਾਵੇਗਾ ਗੁਣਾਂ ਦੇ ਸਹਿਤ ਦੀ। ਵਾਹਿਗੁਰੂ ਦੀ ਬੰਦਗੀ ਕਰੇਗਾ। ਸੋ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ਦੇ ਨਹੀਂ। ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।